ਅੱਜ ਜਦੋਂ ਅਸੀਂ ਜਨਤਕ ਗੱਲਬਾਤ ਤੇ ਨਜ਼ਰ ਮਾਰਦੇ ਹਾਂ ਤਾਂ ਇੱਕ ਗੱਲ ਸਾਫ਼ ਦਿਖਾਈ ਦਿੰਦੀ ਹੈ, ਵਿਸ਼ਵਾਸ ਦੀ ਕਮੀ ਅਤੇ ਇੱਕ ਧੁੰਦਲਾਪਣ। ਪਰ ਸੋਚੋ, ਜੇ ਇਸ ਸਭ ਦਾ ਜਵਾਬ ਇੱਕ ਨਵੇਂ ਪੂਰੀ ਤਰ੍ਹਾਂ ਅਨੁਸ਼ਾਸਿਤ ਬਲੂਪ੍ਰਿੰਟ ਯਾਨੀ ਕਿ ਇੱਕ ਖਾਕੇ ਵਿੱਚ ਹੋਵੇ। ਆਓ ਇਸ ਨਵੀਂ ਪਹੁੰਚ ਨੂੰ ਸਮਝੀਏ ਜੋ ਸ਼ਾਸਨ ਦੇ ਸੰਚਾਰ ਨੂੰ ਪੂਰੀ ਤਰ੍ਹਾਂ ਬਦਲਣ ਦਾ ਦਮ ਰੱਖਦੀ ਹੈ। ਚੋਣਾਂ ਸ਼ਾਸਨ ਲਈ ਡੇਟਾ ਇੰਜੀਨੀਅਰਿੰਗ ਹਨ। ਇਹ ਸਿਰਫ ਇੱਕ ਲਾਈਨ ਨਹੀਂ, ਇਹ ਇੱਕ ਪੂਰੀ ਸੋਚ ਹੈ। ਇਸ ਸਾਰੇ ਢਾਂਚੇ ਦਾ ਕੇਂਦਰੀ ਬਿੰਦੂ ਇਸ ਦਾ ਮਤਲਬ ਹੈ ਕਿ ਰਾਜਨੀਤਿਕ ਗੱਲਬਾਤ ਦਾ ਧਿਆਨ ਸਿਰਫ ਭਾਸ਼ਣਾਂ ਤੋਂ ਹਟਾ ਕੇ ਠੋਸ ਨਤੀਜਿਆਂ ਤੇ ਲਿਆਉਣਾ ਹੈ। ਯਾਨੀ ਚੋਣਾਂ ਸਿਰਫ ਜਿੱਤਣ ਲਈ ਨਹੀਂ, ਬਲਕਿ ਇੱਕ ਮਜ਼ਬੂਤ ਸ਼ਾਸਨ ਲਈ ਡੇਟਾ ਆਧਾਰਿਤ ਨੀਤੀ ਤਿਆਰ ਕਰਨ ਦਾ ਇੱਕ ਜ਼ਰੀਆ ਹਨ। ਤਾਂ ਆਓ ਦੇਖੀਏ ਕਿ ਅਸੀਂ ਇਸ ਸਫ਼ਰ ਤੇ ਕਿਵੇਂ ਅੱਗੇ ਵਧਾਂਗੇ। ਸਭ ਤੋਂ ਪਹਿਲਾਂ ਅਸੀਂ ਇਸ ਨਵੇਂ ਸੰਚਾਰ ਖਾਕੇ ਨੂੰ ਸਮਝਾਂਗੇ, ਫਿਰ ਇਸ ਦੇ ਪਿੱਛੇ ਦੇ ਮੁੱਖ ਸਿਧਾਂਤਾਂ ਤੇ ਗੱਲ ਕਰਾਂਗੇ। ਉਸ ਤੋਂ ਬਾਅਦ ਸੰਦੇਸ਼ ਦੀ ਬਣਤਰ ਨੂੰ ਪਰਤ ਦਰ ਪਰਤ ਖੋਲਾਂਗੇ, ਉਸ ਮਨੁੱਖੀ ਆਵਾਜ਼ ਦੇ ਨਿਯਮਾਂ ਨੂੰ ਜਾਣਾਂਗੇ ਜੋ ਇਸ ਨੂੰ ਪੇਸ਼ ਕਰਦੀ ਹੈ, ਅਤੇ ਅਖੀਰ ਵਿੱਚ ਸ਼ਾਸਨ ਲਈ ਇਸ ਦੀ ਅਸਲ ਅਹਿਮੀਅਤ ਤੇ ਵਿਚਾਰ ਕਰਾਂਗੇ। ਚਲੋ ਫਿਰ ਇਸ ਢਾਂਚੇ ਦੀ ਨੀਂਹ ਨੂੰ ਸਮਝਦੇ ਹਾਂ। ਦੇਖੋ, ਇਸ ਖਾਕੇ ਦੀ ਅਸਲ ਤਾਕਤ ਇਸ ਦੇ ਸਖਤ ਅਤੇ ਅਟਲ ਨਿਯਮਾਂ ਤੋਂ ਆਉਂਦੀ ਹੈ। ਇਹਨਾਂ ਨੂੰ ਤੁਸੀਂ ਇੱਕ ਤਰ੍ਹਾਂ ਦੇ ਸੁਰੱਖਿਆ ਕਵਚ ਸਮਝ ਸਕਦੇ ਹੋ, ਜੋ ਇਹ ਯਕੀਨੀ ਬਣਾਉਂਦੇ ਹਨ ਕਿ ਜੋ ਵੀ ਗੱਲ ਕਹੀ ਜਾਵੇ ਉਹ ਸੱਚੀ ਹੋਵੇ ਅਤੇ ਆਪਣੇ ਮਕਸਦ ਤੋਂ ਨਾ ਭਟਕੇ। ਇਸ ਦੀ ਇੱਕ ਬਹੁਤ ਹੀ ਦਿਲਚਸਪ ਗੱਲ ਹੈ ਇਸ ਦਾ ਕੰਟੈਂਟ ਫਾਇਰਵਾਲ। ਇਸ ਵਿੱਚ ਔਖੇ ਤਕਨੀਕੀ ਸ਼ਬਦਾਂ, ਕਿਸੇ ਦੇ ਨਿੱਜੀ ਹਮਲੇ ਕਰਨ ਜਾਂ ਮਨਕਾਇਤ ਅੰਕੜੇ ਪੇਸ਼ ਕਰਨ ਤੇ ਸਖਤ ਪਾਬੰਦੀ ਹੈ। ਇਸ ਦੀ ਥਾਂ ਤੇ ਸਿਰਫ ਤੱਥਾਂ ਤੇ ਆਧਾਰਿਤ ਡੇਟਾ, ਠੋਸ ਮਾਪਦੰਡ ਅਤੇ ਸਿਸਟਮ ਦੀਆਂ ਖਾਮੀਆਂ ਦਾ ਵਿਸ਼ਲੇਸ਼ਣ ਕਰਨਾ ਲਾਜ਼ਮੀ ਹੈ। ਮਤਲਬ ਸਾਫ਼ ਹੈ, ਸੱਚਾਈ ਨਾਲ ਕੋਈ ਵੀ ਸਮਝੌਤਾ ਨਹੀਂ। ਇਹ ਸਾਰਾ ਢਾਂਚਾ ਇੱਕ ਬਹੁਤ ਮਜ਼ਬੂਤ ਨੈਤਿਕ ਨੀਂਹ ਤੇ ਟਿਕਿਆ ਹੋਇਆ। ਇਹ ਸਾਡੇ ਸੰਵਿਧਾਨਿਕ ਕਦਰਾਂ ਕੀਮਤਾਂ ਦਾ ਸਤਿਕਾਰ ਕਰਦਾ ਹੈ, ਜਿਸ ਵਿੱਚ ਹਰ ਵਿਅਕਤੀ ਦਾ ਸਨਮਾਨ ਅਤੇ ਜ਼ਿੰਮੇਵਾਰੀ ਨਾਲ ਆਪਣੀ ਗੱਲ ਰੱਖਣ ਦਾ ਹੱਕ ਸ਼ਾਮਿਲ ਹੈ। ਇਸ ਦੇ ਨਾਲ ਹੀ ਇਹ ਭਾਰਤ ਦੇ DPDP ਕਾਨੂੰਨ ਦੇ ਸਿਧਾਂਤਾਂ ਯਾਨੀ ਨਿਜਤਾ ਅਤੇ ਸਹਿਮਤੀ ਦਾ ਵੀ ਪੂਰਾ ਧਿਆਨ ਰੱਖਦਾ ਹੈ, ਤਾਂ ਜੋ ਨਾਗਰਿਕਾਂ ਦੇ ਡੇਟਾ ਦੀ ਸੁਰੱਖਿਆ ਹੋ ਸਕੇ। ਇਸ ਦਾ ਮਕਸਦ ਸਿਸਟਮ ਤੇ ਸਵਾਲ ਚੁੱਕਣਾ ਹੈ, ਨਾ ਕਿ ਕਿਸੇ ਵਿਅਕਤੀ ਤੇ। ਹੁਣ ਤੱਕ ਅਸੀਂ ਗੱਲ ਕੀਤੀ ਕਿ ਇਸ ਦੇ ਪਿੱਛੇ ਸਿਧਾਂਤ ਕੀ ਹਨ। ਚਲੋ ਹੁਣ ਦੇਖਦੇ ਹਾਂ ਕਿ ਇਹ ਅਸਲ ਵਿੱਚ ਕੰਮ ਕਿਵੇਂ ਕਰਦਾ ਹੈ। ਅਸੀਂ ਕਿਉਂ ਤੋਂ ਕਿਵੇਂ ਵੱਲ ਵਧ ਰਹੇ ਹਾਂ। ਹੁਣ ਅਸੀਂ ਉਸ ਖਾਸ ਕਹਾਣੀ ਦੇ ਢਾਂਚੇ ਨੂੰ ਦੇਖਾਂਗੇ ਜੋ ਇਹਨਾਂ ਸਿਧਾਂਤਾਂ ਨੂੰ ਇੱਕ ਦਿਲਚਸਪ ਅਤੇ ਪ੍ਰਭਾਵਸ਼ਾਲੀ ਬਿਰਤਾਂਤ ਵਿੱਚ ਬਦਲ ਦਿੰਦਾ ਹੈ। 19 ਮਿੰਟ, ਨਾ ਇੱਕ ਵੱਧ ਨਾ ਇੱਕ ਘੱਟ। ਇਹ ਇਸ ਦਸਤਾਵੇਜ਼ੀ ਸ਼ੈਲੀ ਦੇ ਬਿਰਤਾਂਤ ਲਈ ਤੈਅ ਕੀਤੀ ਗਈ ਬਿਲਕੁਲ ਸਹੀ ਸਮਾਂ ਸੀਮਾ ਹੈ। ਇਹ ਨੰਬਰ ਆਪਣੇ ਆਪ ਵਿੱਚ ਇਸ ਪੂਰੇ ਕੰਮ ਪਿੱਛੇ ਲੱਗੇ ਅਨੁਸ਼ਾਸਨ ਅਤੇ ਗਹਿਰੀ ਯੋਜਨਾਬੰਦੀ ਨੂੰ ਦਰਸਾਉਂਦਾ ਹੈ। ਇੱਥੇ ਹਰ ਇੱਕ ਸੈਕਿੰਡ ਦੀ ਆਪਣੀ ਅਹਿਮੀਅਤ ਹੈ। ਇਹ 19 ਮਿੰਟ ਦਾ ਸਫ਼ਰ 6 ਪੜਾਵਾਂ ਵਿੱਚ ਵੰਡਿਆ ਹੋਇਆ ਹੈ। ਸ਼ੁਰੂਆਤ ਹੁੰਦੀ ਹੈ ਪਛਾਣ ਅਤੇ ਮਕਸਦ ਤੋਂ, ਫਿਰ ਜ਼ਮੀਨ ਦੀ ਨਬਜ਼ ਪੜੀ ਜਾਂਦੀ ਹੈ, ਯਾਨੀ ਅਸਲ ਹਾਲਾਤ ਨੂੰ ਸਮਝਿਆ ਜਾਂਦਾ ਹੈ। ਉਸ ਤੋਂ ਬਾਅਦ ਸਭ ਤੋਂ ਜ਼ਰੂਰੀ 3 ਸੰਕੇਤ ਸਾਹਮਣੇ ਰੱਖੇ ਜਾਂਦੇ ਹਨ। ਨਤੀਜਿਆਂ ਦੇ ਕਾਰਨਾਂ ਦਾ ਵਿਸ਼ਲੇਸ਼ਣ ਹੁੰਦਾ ਹੈ, ਹੱਲ ਲਈ ਇੱਕ ਠੋਸ ਖਾਕਾ ਦਿੱਤਾ ਜਾਂਦਾ ਹੈ, ਅਤੇ ਅਖੀਰ ਵਿੱਚ ਇੱਕ ਦ੍ਰਿਸ਼ਟੀ ਨਾਲ ਗੱਲ ਖਤਮ ਹੁੰਦੀ ਹੈ। ਠੀਕ ਹੈ, ਅਸੀਂ ਸੰਦੇਸ਼ ਦੇ ਢਾਂਚੇ ਨੂੰ ਸਮਝ ਲਿਆ, ਪਰ ਹੁਣ ਗੱਲ ਕਰਦੇ ਹਾਂ ਉਸ ਦੀ ਆਤਮਾ ਦੀ, ਯਾਨੀ ਉਸ ਮਨੁੱਖੀ ਆਵਾਜ਼ ਦੀ ਜਿਸ ਨੇ ਇਸ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ। ਇਸ ਦੇ ਲਈ ਵੀ ਖਾਸ ਨਿਯਮ ਅਤੇ ਨਿਰਦੇਸ਼ ਹਨ। ਪਰ ਇੱਥੇ ਇੱਕ ਬਹੁਤ ਵੱਡਾ ਸਵਾਲ ਉੱਠਦਾ ਹੈ, ਪ੍ਰਮਾਣਿਕਤਾ ਨੂੰ ਇੰਜੀਨੀਅਰ ਕਿਵੇਂ ਕੀਤਾ ਜਾ ਸਕਦਾ ਹੈ। ਯਾਨੀ ਕਿ ਕੀ ਸੱਚਾਈ ਅਤੇ ਭਰੋਸੇ ਨੂੰ ਕਿਸੇ ਤਰੀਕੇ ਨਾਲ ਬਣਾਇਆ ਜਾ ਸਕਦਾ ਹੈ। ਇਹ ਸਵਾਲ ਦਿਖਾਉਂਦਾ ਹੈ ਕਿ ਇਸ ਢਾਂਚੇ ਵਿੱਚ ਪ੍ਰਮਾਣਿਕਤਾ ਕੋਈ ਇਤਫਾਕ ਨਹੀਂ, ਬਲਕਿ ਇੱਕ ਬਹੁਤ ਸੋਚੀ ਸਮਝੀ ਰਣਨੀਤੀ ਦਾ ਹਿੱਸਾ ਹੈ। ਆਵਾਜ਼ ਲਈ ਨਿਰਦੇਸ਼ ਬਿਲਕੁਲ ਸਾਫ਼ ਹਨ। ਕਹਾਣੀ ਸਥਾਨਕ ਸੱਭਿਆਚਾਰ ਨਾਲ ਜੁੜੀ ਹੋਣੀ ਚਾਹੀਦੀ ਹੈ। ਵਾਕ ਛੋਟੇ ਅਤੇ ਸਿੱਧੇ ਹੋਣੇ ਚਾਹੀਦੇ ਹਨ। ਗੱਲ ਵਿੱਚ ਵਜ਼ਨ ਪਾਉਣ ਲਈ ਸੋਚ ਸਮਝ ਕੇ ਰੁਕਣਾ ਹੈ। ਕਿਸੇ ਵੀ ਤਰ੍ਹਾਂ ਦਾ ਡਰਾਮਾ ਜਾਂ ਗੁੱਸਾ ਭੜਕਾਉਣ ਵਾਲੀ ਭਾਸ਼ਾ ਤੋਂ ਪਰਹੇਜ਼ ਕਰਨਾ ਹੈ, ਅਤੇ ਆਵਾਜ਼ ਦੀ ਗਤੀ ਹਮਦਰਦੀ ਵਾਲੇ ਹਿੱਸਿਆਂ ਵਿੱਚ ਹੌਲੀ ਅਤੇ ਹੱਲ ਦੱਸਣ ਵੇਲੇ ਥੋੜੀ ਤੇਜ਼। ਭਾਸ਼ਾ ਦਾ ਨਿਯਮ ਵੀ ਇੱਕ ਬਹੁਤ ਹੀ ਸੋਚਿਆ ਸਮਝਿਆ ਕਦਮ ਹੈ। ਬੋਲਿਆ ਜਾਣ ਵਾਲਾ ਬਿਰਤਾਂਤ ਸਥਾਨਕ ਭਾਸ਼ਾ ਵਿੱਚ ਹੋਵੇਗਾ ਤਾਂ ਕਿ ਲੋਕਾਂ ਨਾਲ ਇੱਕ ਡੂੰਘਾ ਅਤੇ ਸਿੱਧਾ ਰਿਸ਼ਤਾ ਬਣ ਸਕੇ, ਜਦਕਿ ਸਕਰੀਨ ਤੇ ਲਿਖਿਆ ਹੋਇਆ ਟੈਕਸਟ ਅੰਗਰੇਜ਼ੀ ਵਿੱਚ ਹੋਵੇਗਾ ਤਾਂ ਜੋ ਮੁੱਖ ਸੰਦੇਸ਼ ਦੀ ਪਹੁੰਚ ਵਿਆਪਕ ਬਣੀ ਰਹੇ ਅਤੇ ਸਾਰਿਆਂ ਤੱਕ ਪਹੁੰਚ ਸਕੇ। ਤਾਂ ਫਿਰ ਇਹ ਸਾਰੇ ਤੱਤ, ਇਹ ਸਾਰਾ ਅਨੁਸ਼ਾਸਨ, ਇਹ ਸਾਰੀ ਮਿਹਨਤ, ਆਖਿਰਕਾਰ ਇਹ ਸਭ ਕੁਝ ਕਿਸ ਲਈ ਹੈ। ਹੁਣ ਅਸੀਂ ਇਸ ਪੂਰੀ ਪ੍ਰਕਿਰਿਆ ਨੂੰ ਇਸ ਦੇ ਅਸਲ ਅਤੇ ਸਭ ਤੋਂ ਵੱਡੇ ਮਕਸਦ ਨਾਲ ਜੋੜਦੇ ਹਾਂ, ਜੋ ਹੈ ਸ਼ਾਸਨ ਵਿੱਚ ਸੁਧਾਰ ਲਿਆਉਣਾ। ਰਾਜਨੀਤੀ ਤੋਂ ਪਰੇ ਉਦੇਸ਼, ਇਹ ਇਸ ਪੂਰੇ ਖਾਕੇ ਦਾ ਮੂਲ ਮੰਤਰ ਹੈ। ਇਹ ਉਹ ਦਰਸ਼ਨ ਹੈ ਜਿੱਥੇ ਡੇਟਾ ਆਧਾਰਿਤ ਸੰਚਾਰ ਦਾ ਇਸਤੇਮਾਲ ਕਿਸੇ ਇੱਕ ਧਿਰ ਦੇ ਫਾਇਦੇ ਲਈ ਨਹੀਂ, ਬਲਕਿ ਜਨਤਾ ਦਾ ਵਿਸ਼ਵਾਸ ਬਣਾਉਣ, ਨਾਗਰਿਕਾਂ ਨੂੰ ਸਹੀ ਜਾਣਕਾਰੀ ਦੇਣ ਅਤੇ ਸਾਰਿਆਂ ਲਈ ਸ਼ਾਸਨ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਕੀਤਾ ਜਾਂਦਾ ਹੈ। ਇਹ ਜਨਤਕ ਸੇਵਾ ਦਾ ਇੱਕ ਸਾਧਨ ਹੈ। ਅਤੇ ਅਖੀਰ ਵਿੱਚ ਇਹ ਸਮਝਣਾ ਸਭ ਤੋਂ ਜ਼ਰੂਰੀ ਹੈ ਕਿ ਇਸ ਕੰਮ ਦਾ ਨਤੀਜਾ ਸਿਰਫ ਕੋਈ ਕੰਟੈਂਟ ਨਹੀਂ ਹੈ,
ਇਹ ਇੱਕ ਡੇਟਾ ਤੇ ਆਧਾਰਿਤ ਮਨੁੱਖ ਕੇਂਦਰਿਤ ਸ਼ਾਸਨ ਦਾ ਬਿਰਤਾਂਤ ਹੈ ਜਿਸ ਦਾ ਇੱਕੋ ਇੱਕ ਮਕਸਦ ਹੈ ਨੇਤਾਵਾਂ ਅਤੇ ਨਾਗਰਿਕਾਂ ਵਿਚਕਾਰ ਵਿਸ਼ਵਾਸ ਤੇ ਟੁੱਟੇ ਹੋਏ ਪੁਲ ਨੂੰ ਦੁਬਾਰਾ ਤੋਂ ਉਸਾਰਨਾ। ਇਸ ਲਈ ਅਸੀਂ ਇੱਕ ਸਿੱਟੇ ਤੇ ਨਹੀਂ ਬਲਕਿ ਇੱਕ ਵੱਡੇ ਸਵਾਲ ਤੇ ਗੱਲ ਖਤਮ ਕਰਦੇ ਹਾਂ, ਜਿਸ ਨੇਤਾ ਕੋਲ ਅਜਿਹੀ ਸਮਰੱਥਾ ਹੋਵੇ ਉਸ ਦੀ ਜ਼ਿੰਮੇਵਾਰੀ ਕੀ ਬਣਦੀ ਹੈ। ਜੇਕਰ ਤੁਸੀਂ ਇੱਕ ਲੋਕ ਕੇਂਦਰਿਤ ਨੇਤਾ ਬਣਨਾ ਚਾਹੁੰਦੇ ਹੋ ਅਤੇ ਆਪਣੇ ਹਲਕੇ ਨੂੰ ਉੱਚਾ ਚੁੱਕਣਾ ਚਾਹੁੰਦੇ ਹੋ ਤਾਂ blueprintstrategies.ai ਨਾਲ mgr@blueprintstrategies.ai ਤੇ ਸੰਪਰਕ ਕਰੋ ਜਾਂ 08042041602 ਤੇ ਕਾਲ ਕਰੋ। ਰਾਜਨੀਤੀ ਤੋਂ ਪਰੇ ਉਦੇਸ਼